ਬਿਲਕੁਲ ਗੌਰਵ ਜੀ, ਇਹ ਜਿਹੜਾ ਮਾਮਲਾ ਸਾਹਮਣੇ ਆਇਆ, ਹੁਣ ਗੱਲ ਉੱਠੀ ਹੈ ਮਰਿਆਦਾ ਦੀ। ਜੀ ਇਹ ਉੱਠੀ ਹੀ ਤਾਂ ਹੈ ਕਿਉਂਕਿ ਜਥੇਦਾਰ ਸਾਹਿਬ ਇੱਕ ਸਿਆਸੀ ਆਗੂ ਤੇ ਇੱਕ ਫਿਲਮੀ ਐਕਟਰੈਸ ਉਹਨਾਂ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਲਈ ਗਏ ਸੀ। ਮੈਂ ਤੋਂ ਪਹਿਲਾਂ ਸਤਿਕਾਰਯੋਗ ਬੁਲਾਰਿਆਂ ਨੇ ਬਹੁਤ ਬਿਹਤਰੀਨ ਤਰੀਕੇ ਨਾਲ ਇਸ ਬਾਰੇ ਦੱਸਿਆ ਹੈ ਕਿ ਮਰਿਆਦਾ ਹੋਣੀ ਚਾਹੀਦੀ ਕੀ ਨਹੀਂ। ਮੇਰਾ ਇਹ ਮੰਨਣਾ ਹੈ ਕਿ ਜਿਹੜੀ ਸਾਡੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਹੈ, ਉਹ ਪੰਥ ਪ੍ਰਵਾਨਿਤ ਨਹੀਂ, ਖਰੜਾ ਹੈ ਜੀ। ਉਸ ਤੇ ਵਿਚਾਰ ਕਰਨ ਲਈ ਕਈ ਮੀਟਿੰਗਾਂ ਹੋਈਆਂ ਸੀ। ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਗਲਤ ਟਿੱਪਣੀ ਨਾ ਕਰੋ, ਗਲਤ ਟਿੱਪਣੀ ਨਾ ਕਰੋ ਜੀ। ਪੰਥ ਪ੍ਰਵਾਨਿਤ ਖਰੜਾ ਹੈ ਜੀ ਵੀਰ, ਪੰਥ ਪ੍ਰਵਾਨਿਤ ਖਰੜਾ। ਪੰਥ ਪ੍ਰਚਲਿਤ ਮਰਿਆਦਾ। ਹਾਂਜੀ, ਚਲੋ ਇਹ ਜੀ ਜਥੇਦਾਰ ਸਾਹਿਬ ਕਿਸੇ ਵੀ ਤਖਤ ਸਾਹਿਬਾਨ ਦਾ ਹੋਣ, ਉਹ ਸਿੱਖ ਕੌਮ ਲਈ ਸਿਰਮੌਰ ਹੁੰਦੇ ਨੇ, ਇੱਕ ਆਦਰਸ਼ ਹੁੰਦੇ ਨੇ। ਉਹਨਾਂ ਵੱਲ ਦੇਖ ਕੇ ਮਰਿਆਦਾ ਦੀਆਂ ਗੱਲਾਂ ਲੋਕਾਂ ਨੇ ਕਰਨੀਆਂ ਜਾਂ ਲਾਗੂ ਕਰਨੀਆਂ ਹੁੰਦੀਆਂ ਨੇ। ਉਹਨਾਂ ਦਾ ਜੋ ਨਿੱਜੀ ਜੀਵਨ ਹੁੰਦਾ ਹੈ, ਉਹ ਇੱਕ ਤਰ੍ਹਾਂ ਇਸੇ ਤਰ੍ਹਾਂ ਖਤਮ ਹੋ ਜਾਂਦਾ ਜਿਵੇਂ ਸੁਪਰੀਮ ਕੋਰਟ ਦਾ ਜਸਟਿਸ ਹੈ ਜਾਂ ਦੇਸ਼ ਦਾ ਰਾਸ਼ਟਰਪਤੀ। ਉਹਨਾਂ ਦਾ ਆਪਣਾ ਜੀਵਨ ਕੋਈ ਨਹੀਂ, ਮਤਲਬ ਨਿੱਜੀ ਜੀਵਨ ਕੋਈ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਪੰਥ ਦੀ ਜੋ ਮਰਿਆਦਾ ਹੈ ਉਸਨੂੰ ਪ੍ਰਭਾਸ਼ਿਤ ਕਰਨਾ ਹੁੰਦਾ ਆਪਣੇ ਰਹਿਣ ਬਹਿਣ ਰਾਹੀਂ, ਆਪਣੇ ਚਾਲ ਚੱਲਣ ਰਾਹੀਂ ਜਾਂ ਆਪਣੀ ਕਿਰਿਆਵਾਂ ਰਾਹੀਂ। ਠੀਕ ਹੈ। ਤੇ ਜੇਕਰ ਉਹ ਜਾਂਦੇ ਨੇ, ਆਪਾਂ ਗੱਲ ਕਹੀਏ ਕਿ ਨਿੱਜੀ ਤੌਰ ਤੇ ਗਏ ਨੇ, ਤਾਂ ਨਿੱਜੀ ਤੌਰ ਤੇ ਕੋਈ ਜਥੇਦਾਰ ਦਾ ਰਹਿ ਨਹੀਂ ਗਿਆ, ਕਿਉਂਕਿ ਉਹ ਇੱਕ ਸ਼੍ਰੋਮਣੀ ਤਖਤ ਜੋ ਹੈ ਸਾਡਾ ਪਹਿਲਾ, ਜਿਸਨੂੰ ਪਹਿਲਾਂ ਅਕਾਲ ਬੁੰਗਾ ਕਿਹਾ ਜਾਂਦਾ ਸੀ, ਅਕਾਲ ਤਖਤ ਸਾਹਿਬ, ਤੇ ਉਸ ਤੇ ਉਹ ਮੁੱਖ ਸੇਵਾਦਾਰ ਨੇ। ਤੇ ਉੱਥੋਂ ਹੀ ਜਿਹੜੀ ਮਰਿਆਦਾ, ਜਿਵੇਂ ਸਾਡੇ ਵੱਡੇ ਵੀਰ ਗਰੇਵਾਲ ਸਾਹਿਬ ਨੇ ਕਿਹਾ ਹੈ ਕਿ ਜਥੇਦਾਰ ਵੱਲੋਂ ਮਰਿਆਦਾ ਦੀ ਲਾਗੂ ਕਰਨ ਦੀਆਂ ਜਿਹੜੀਆਂ ਸਲਾਹਾਂ ਨੇ ਉਹ ਲਈਆਂ ਜਾਂਦੀਆਂ ਨੇ ਤੇ ਉਹ ਅੱਗੇ ਕਰਦੇ ਨੇ। ਇਸ ਲਈ ਉਹਨਾਂ ਦਾ ਇਹ ਅਜਿਹੀ ਜਗ੍ਹਾ ਤੇ ਜਾਣਾ ਜੀ, ਇਹ ਸਿਆਣੇ ਬੰਦੇ ਦੱਸਣਗੇ ਕਿ ਠੀਕ ਸੀ ਕਿ ਗਲਤ ਸੀ, ਜਾਂ ਮੈਨੂੰ ਲੱਗਦਾ ਹੈ ਕਿ ਐਜ਼ ਏ ਪੱਤਰਕਾਰ ਜਾਂ ਜੋ ਮੈਂ ਧਰਮ ਦੀ ਥੋੜੀ ਬਹੁਤ ਖੋਜ ਕਰ ਸਕਿਆ, ਉਸਦੇ ਹਿਸਾਬ ਨਾਲ ਅਜਿਹੀ ਜਗ੍ਹਾ ਤੇ ਬਹੁਤ ਸੰਜਮ ਦੇ ਨਾਲ, ਬਹੁਤ ਵਿਚਾਰ ਕਰਨ ਤੋਂ ਬਾਅਦ ਹੀ ਹਾਂ ਚੰਗਾ ਹੁੰਦਾ ਉਹ ਜੋੜੀ ਅਕਾਲ ਤਖਤ ਸਾਹਿਬ ਤੇ ਆਉਂਦੇ, ਉੱਥੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ। ਇਹ ਵੱਖਰੀ ਗੱਲ ਸੀ, ਪਰ ਜਥੇਦਾਰ ਦਾ ਚੱਲ ਕੇ ਉੱਥੇ ਜਾਣਾ ਮੇਰੇ ਹਿਸਾਬ ਨਾਲ, ਕਿਉਂਕਿ ਆਮ ਸਿੱਖ ਕੌਮ ਨੂੰ, ਵੱਡੀ ਗਿਣਤੀ ਵਿੱਚ ਸਿੱਖ ਕੌਮ ਨੂੰ ਸ਼ਾਇਦ ਪਸੰਦ ਨਹੀਂ ਆਇਆ। ਇਸੇ ਲਈ ਦੋਵੇਂ ਵੀਰਾਂ ਨੇ, ਧਾਮੀ ਸਾਹਿਬ ਨੇ ਜੋ ਗੱਲ ਕਹੀ ਹੈ, ਜਥੇਦਾਰ ਕੇਵਲ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਕਿ ਉਹਨਾਂ ਨੇ ਅਪਮਾਨ ਨਹੀਂ ਕੀਤਾ, ਉਹਨਾਂ ਨੇ ਤੌਖਲਾ ਜ਼ਾਹਰ ਕੀਤਾ ਹੈ ਕਿ ਕੋਈ ਮਰਿਆਦਾ ਹੋਣੀ ਚਾਹੀਦੀ ਹੈ। ਪਰ ਇਹ ਮਰਿਆਦਾ, ਜਿਵੇਂ ਦਾਦੂਵਾਲ ਸਾਹਿਬ ਨੇ ਦੱਸਿਆ, ਇਹ ਸਾਰੀਆਂ ਪੰਥਕ ਧਿਰਾਂ ਵਿੱਚ, ਦਲ ਪੰਥ, ਨਿਹੰਗ ਜਥੇਬੰਦ, ਆਪਣੇ ਟਕਸਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਈਵਨ ਨਿਰਮਲੇ। ਪਰ ਹੁਣ ਇਹ ਤੇ ਵਿਵਾਦ ਹੋਏਗਾ ਕਿ ਨਿਰਮਲੇ ਸਾਡੀ ਮਰਿਆਦਾ ਨੂੰ ਨਹੀਂ ਮੰਨਦੇ, ਪਰ ਪਹਿਲਾਂ ਇਹਨਾਂ ਦੀ ਬਰਾਬਰ ਦੀ ਹੁੰਦੀ ਸੀ। ਸਰਬੱਤ ਖਾਲਸਾ ਬੁਲਾ ਕੇ ਨਿਯੁਕਤੀ ਕੀਤੀ ਜਾਂਦੀ ਸੀ ਤੇ ਸਰਬੱਤ ਖਾਲਸਾ ਵਿੱਚ ਹੀ ਉਹ ਪ੍ਰਵਾਨਿਤ ਹੁੰਦਾ ਸੀ ਜਥੇਦਾਰ। ਠੀਕ ਹੈ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਉੱਥੇ ਗਏ ਨੇ ਤਾਂ ਫਿਰ ਉਹਨਾਂ ਦੀ ਨਿੱਜੀ ਜ਼ਿੰਦਗੀ ਇਸ ਨੂੰ ਇਸ ਤਰੀਕੇ ਨਾਲ ਤਾਂ ਨਹੀਂ ਦੇਖਿਆ ਜਾ ਸਕਦਾ। ਗਰੇਵਾਲ ਜੀ, ਮੈਂ ਤੁਹਾਡੇ ਕੋਲ ਆਵਾਂਗਾ, ਪਹਿਲਾਂ ਇੱਕ ਵਾਰੀ ਕੇਵਲ ਸਿੰਘ ਜੀ ਦਾ ਰੁਖ ਕਰਨਾ। ਕੇਵਲ ਸਿੰਘ ਜੀ, ਤੁਹਾਨੂੰ ਲੱਗਦਾ ਹੈ ਕਿ ਜੇਕਰ ਜਥੇਦਾਰ ਸਾਹਿਬ ਕਿਸੇ ਥਾਂ ਦੇ ਉੱਤੇ ਕਿਸੇ ਫੰਕਸ਼ਨ ਦੇ ਵਿੱਚ ਗਏ ਤਾਂ ਉਹ ਮਰਿਆਦਾ ਦੀ ਇੱਕ ਹੱਦ ਲੰਘੇ ਨੇ? ਪਹਿਲੀ ਗੱਲ ਹੈ ਕਿ ਜਿਵੇਂ ਆਪਾਂ ਜਿਹੜੀ ਗੱਲ ਚਰਚਾ ਆਪ ਜੀ ਕਰ ਰਹੇ ਹਾਂ, ਅਜੇ ਤੱਕ ਕਿਸੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਪੰਥ ਖਾਲਸੇ ਵੱਲੋਂ ਕਿਸ ਤਰ੍ਹਾਂ ਦਾ ਕੋਈ ਨਿਯਮਾਵਲੀ ਘੜੀ ਨਹੀਂ ਗਈ। ਹਾਂਜੀ, ਇਸ ਕਰਕੇ ਪਹਿਲੀ ਗੱਲ ਹੈ ਕਿ ਇਹ ਜੇ ਮੰਨ ਲਓ ਕੋਈ ਸਾਨੂੰ ਕਿਸੇ ਵੀ ਦਿਰਸ਼ਾ ਸਿੰਘ ਬਲਟੋਆ ਜੀ ਨੇ ਸਭ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਹੈ, ਉਹ ਇੱਕ ਜ਼ਿੰਮੇਵਾਰ ਸੱਜਣ ਨੇ। ਸਾਨੂੰ ਮੀਡੀਆ 'ਚ ਜਾਣ ਤੋਂ ਪਹਿਲਾਂ ਜਥੇਦਾਰ ਨੂੰ ਜੀ ਨਾਲ ਬੈਠ ਕੇ ਸਤਿਕਾਰ ਨਾਲ ਉਹਨਾਂ ਕੋਲ ਜਾ ਕੇ ਗੱਲ ਕਰਨੀ ਚਾਹੀਦੀ, ਸਾਰੀ ਗੱਲ ਨੂੰ ਸਮਝਣਾ ਚਾਹੀਦਾ ਸੀ। ਤੇ ਅਸੀਂ ਆਪ ਜਿਹੜੀ ਇਸ ਗੱਲ ਨੂੰ ਉਛਾਲ ਕੇ ਜਿਹੜਾ ਨਾ, ਮੈਂ ਸਮਝਦਾ ਕਿ ਬਹੁਤਾ ਚੰਗਾ ਨਹੀਂ ਕੀਤਾ। ਇਹ ਗੱਲ ਸਾਡੀ ਕੌਮ ਦੇ ਅੰਦਰ ਦੀ ਗੱਲ ਸੀ ਤੇ ਕੌਮ ਨੂੰ ਕਿਸੇ ਵਿਧੀ ਵਿਧਾਨ ਸਤਿਕਾਰ ਦੇ ਨਾਲ ਹੀ ਉਸ ਗੱਲ ਨੂੰ ਲੈਣਾ ਚਾਹੀਦਾ ਸੀ। ਇਸ ਤਰ੍ਹਾਂ ਚਰਚਾ ਕਰਕੇ ਅਸੀਂ ਆਪਣੇ ਨੂੰ ਛੋਟਾ ਦਿਖਾਇਆ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਪਾਸੇ ਆਪਾਂ ਕਹਿੰਦੇ ਜਥੇਦਾਰ ਬਹੁਤ ਸਨਮਾਨ ਸਤਿਕਾਰਯੋਗ ਹੈ, ਦੂਜੇ ਬਹੁਤ ਸਤਿਕਾਰ ਮੀਡੀਆ 'ਚ ਜਾ ਕੇ ਆਪਾਂ ਬੋਲਣ ਤੋਂ ਪਹਿਲਾਂ ਸੋਚਣਾ ਹੈ ਉਹਦਾ ਸਤਿਕਾਰ ਕਿਵੇਂ ਕਰਨਾ ਹੈ। ਸਤਿਕਾਰ ਹੁੰਦਾ ਘਰ ਦੀ ਗੱਲ ਨੂੰ ਘਰ ਵਿੱਚ ਬਹਿ ਕੇ, ਅੰਦਰ ਬਹਿ ਕੇ ਨਹੀਂ ਜਿੱਤਣਾ। ਇਹ ਕੌਮ ਦਾ ਅੰਦਰੂਨੀ ਮਸਲਾ ਹੈ।
ਇਸ ਕਰਕੇ ਉਹ ਜੋ ਜਾਬਤਾ ਫਿਰ ਜਾਣਾ ਚਾਹੀਦਾ ਸੀ ਕਿ ਨਹੀਂ ਸਰ ਲਾਗੂ ਕਰਨਾ ਪਏਗਾ। ਫਿਰ ਕੇਵਲ ਸਿੰਘ ਜੀ ਤੁਹਾਨੂੰ ਲੱਗਦਾ ਕਿ ਜਾਣਾ ਚਾਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ ਸੀ? ਤੁਹਾਨੂੰ ਲੱਗਦਾ ਕਿ ਮਰਿਆਦਾ ਵਾਲੀ ਗੱਲ ਜਾਂ ਜ਼ਾਬਤੇ ਵਾਲੀ ਗੱਲ ਦੀ ਜ਼ਰੂਰਤ ਉਸ ਤੋਂ ਬਾਅਦ ਹੀ ਲੱਗੀ? ਨਹੀਂ ਜੀ, ਇਸ ਤਰ੍ਹਾਂ ਨਹੀਂ ਜੀ। ਗੱਲ ਇਹ ਹੈ ਕਿ ਪਹਿਲੀ ਗੱਲ ਕਿ ਕੋਈ ਵੀ ਕਿਉਂ ਗਏ ਨੇ ਤਾਂ ਉਹਦਾ ਜਵਾਬ ਤੇ ਹਰਪ੍ਰੀਤ ਸਿੰਘ ਦੇ ਸਕਦੇ ਆ ਨਾ ਜੀ। ਆਪਾਂ ਟਿੱਪਣੀ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਸਾਡੇ ਕਿੰਨੇ ਸੱਜਣ ਮਿਲੇ ਆ, ਕਿੰਨੇ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਹੈ, ਕੋਈ ਉਹ ਕਿਉਂ ਗਏ ਨੇ, ਦੱਸ ਕੇ ਗਏ ਨੇ, ਕਿਸੇ ਨਾਲ ਸਲਾਹ ਕਰਕੇ ਗਏ ਕਿ ਨਹੀਂ ਕਰਕੇ ਗਏ, ਇਹਦਾ ਉੱਤਰ ਨਾ ਮੇਰੇ ਕੋਲ, ਨਾ ਤੁਹਾਡੇ ਕੋਲ, ਨਾ ਇਹਨਾਂ ਵੀਰਾਂ ਦੇ ਕੋਲ ਹੈਗਾ। ਇਸ ਕਰਕੇ ਸਾਨੂੰ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਕੌਮ ਦੇ ਅੰਦਰੂਨੀ ਪੱਖ ਜਿਹੜੇ ਨੇ ਉਹਨਾਂ ਦੀ ਚਰਚਾ ਕਰਨੀ ਚਾਹੀਦੀ ਹੈ। ਫਿਰ ਅੱਗੇ ਜਾ ਕੇ ਫਿਰ ਆਪਾਂ ਕਿਉਂਕਿ ਗੱਲ ਅਸੀਂ ਸਤਿਕਾਰ ਦੀ ਕਰ ਰਹੇ ਹਾਂ, ਮਰਜ਼ਾਦਾ ਨੂੰ ਤੈਅ ਕਰਨ ਦੀ ਗੱਲ ਕਰ ਰਹੇ ਹਾਂ, ਤੇ ਮਰਜ਼ਾਦਾ ਨੂੰ ਤੈਅ ਕਰਨ ਦੇ ਨਿਯਮ ਹੁੰਦੇ ਨੇ। ਮਰਜ਼ਾਦਾ ਜਿਹੜੀ ਉਹ ਮੀਡੀਆ 'ਚ ਤੈਅ ਨਹੀਂ ਹੁੰਦੀ, ਮਰਜ਼ਾਦਾ ਕਮਰਿਆਂ ਦੇ ਅੰਦਰ ਬੰਦ ਕਰਕੇ ਉਸੂਲਾਂ ਦੇ ਮੁਤਾਬਕ ਤੈਅ ਕੀਤੀ ਜਾਂਦੀ ਹੈ। ਅਸੀਂ ਜਥੇਦਾਰ ਸਾਹਿਬ ਜੀ ਦਾ ਸਤਿਕਾਰ ਅੱਗੇ ਉਹਨੂੰ ਕਾਇਮ ਰੱਖਣਾ ਸਾਡੀ। ਮੰਨ ਲਓ ਕਿਸੇ ਗਲਤ ਇਹ ਕਹਿੰਦੇ ਗਲਤ ਹੋ ਗਿਆ ਜੀ, ਤੇ ਗਲਤ ਵੀ ਹੋ ਗਿਆ, ਤੇ ਇਹਦੀ ਗੱਲ ਕਰਨੀ ਉਹਨਾਂ ਕੋਲ ਜਾ ਕੇ ਗੱਲ ਕਰਨੀ ਚਾਹੀਦੀ ਹੈ, ਨਾ ਕਿ ਮੀਡੀਆ ਵਿੱਚ ਗੱਲ ਕਰਨੀ ਚਾਹੀਦੀ ਹੈ। ਗਰੇਵਾਲ ਸਾਹਿਬ ਦੇਖੋ, ਇੱਕ ਤਾਂ ਟਿੱਪਣੀ ਇਹ ਹੋ ਰਹੀ ਹੈ ਕਿ ਜੇਕਰ ਕੋਈ ਜ਼ਾਬਤਾ ਜਾਂ ਫਿਰ ਮਰਿਆਦਾ ਦਾ ਜ਼ਿਕਰ ਹੋ ਰਿਹਾ ਤਾਂ ਪੂਰੀ ਕੌਮ ਇਕੱਠੀ ਹੋਵੇ, ਇਹ ਨਾ ਹੋਵੇ ਕਿ ਕਮੇਟੀ ਬਣਾ ਦਿੱਤੀ 2 4 5 ਲੋਕਾਂ ਦੀ, ਜੋ ਦਾਦੂਵਾਲ ਜੀ ਜ਼ਿਕਰ ਕਰ ਰਹੇ ਸੀ ਕਿ ਪਹਿਲਾਂ ਵੀ ਇਸੇ ਦੇ ਉੱਤੇ ਇਤਰਾਜ਼ ਹੁੰਦਾ ਰਿਹਾ ਤੇ ਫਿਰ ਉਹੀ ਦੁਬਾਰਾ ਗੱਲ ਨਾ ਹੋਵੇ। ਦੂਜੀ ਗੱਲ ਇਹ ਹੈ ਕਿ ਜੋੜਿਆ ਤਾਂ ਸਿੱਧੇ ਤੌਰ ਦੇ ਉੱਤੇ ਜਾ ਰਿਹਾ ਹੈ, ਜੋ 13 ਤਰੀਕ ਨੂੰ ਦਿੱਲੀ ਦੇ ਵਿੱਚ ਜਥੇਦਾਰ ਸਾਹਿਬ ਦੀ ਫੇਰੀ ਸੀ। ਦੇਖੋ, ਜਿਹੜੀ ਪਹਿਲੀ ਗੱਲ ਕਰ ਰਹੇ ਆ, ਦੇਖੋ ਮੇਰੇ ਸਾਰੇ ਪੈਨਲਿਸਟ ਬੜੇ ਸਤਿਕਾਰਯੋਗ ਆ, ਬੜੀਆਂ ਅੱਛੀਆਂ ਵਿਚਾਰਾਂ ਕੀਤੀਆਂ। ਵਿਚਾਰਾਂ ਦੇ ਵਿੱਚ ਹਰ ਬੰਦੇ ਦੇ ਵਿਚਾਰ ਦੇ ਵਿੱਚ ਥੋੜਾ ਬਹੁਤਾ ਆਪਣਾ ਨਿੱਜੀ ਵਿਚਾਰ ਵੀ ਹੋ ਸਕਦਾ, ਉਹ ਸਾਰਿਆਂ ਨੇ ਜਿਹੜੀ ਕੀਤੀ ਆ। ਜਿਹੜੀ ਗੱਲ ਦਾਦੂਵਾਲ ਸਾਹਿਬ ਨੇ ਕੀਤੀ ਆ ਜਾਂ ਗਿਆਨੀ ਕੇਵਲ ਸਿੰਘ ਹੋਣਾ ਨੇ ਕੀਤੀ ਆ, ਉਹ ਇਹ ਹੈ ਕਿ ਸਿੰਘ ਸਾਹਿਬ ਦੇ ਨਿਯੁਕਤੀ ਦਾ ਜਿਹੜਾ ਫੈਸਲਾ ਵਾ ਉਹ ਸਰਬਸੰਮਤੀ ਨਾਲ ਵੱਡੇ ਪੱਧਰ ਤੇ ਹੋਣਾ ਚਾਹੀਦਾ। ਪਿਛਲੇ ਸਮੇਂ ਇਹ ਫੈਸਲੇ ਜਿਹੜੇ ਆ ਇਹ ਸਰਬੱਤ ਖਾਲਸਾ ਕਰਦਾ ਸੀ, ਹੁਣ ਜ਼ਿਕਰ ਹੋ ਗਿਆ ਸੀ, ਵਿੱਚੇ ਜ਼ਿਕਰ ਕਰ ਰਹੇ ਨੇ ਅਮੀਆਂ ਸਾਹਿਬ ਕਿ ਨਿਰਮਲਿਆਂ ਨੂੰ ਬੁਲਾਇਆ ਜਾਵੇ, ਉਹ ਸਾਡੀ ਮਰਜ਼ਾਦਾ ਨਹੀਂ ਮੰਨਦੇ। ਇਹ ਬਹੁਤ ਸਾਰੇ ਅੱਜ ਦੇ ਸਮੇਂ ਦੇ ਅੰਦਰ ਸਾਡੇ ਕੋਲੇ ਇਹ ਗੱਲਾਂ ਆ ਗਈਆਂ, ਪਰ ਸਾਡੇ ਕੋਲੇ ਇੱਕ ਰਸਤਾ ਕੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ, ਹਰ ਸਿੱਖ ਦਾ ਇੱਕ ਮਤ ਆਉਂਦਾ, ਉਹ ਮਤ ਦੇ ਨਾਲ ਮੈਂਬਰ ਚੁਣਦੇ ਆ, ਮੈਂਬਰ ਅੱਗੇ ਜਿਹੜੀ ਆ ਕਮੇਟੀ ਚੁਣਦੇ ਆ, ਕਮੇਟੀ ਦੇ ਵਿੱਚ ਪ੍ਰਧਾਨ ਵਗੈਰਾ 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 ਸਾਰੇ ਚੁਣਦੇ ਆ, ਜਿਨ੍ਹਾਂ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ। ਸੋ ਅੱਜ ਸਾਡੇ ਕੋਲ ਜਿਹੜਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਨਿਰਮਵਾਦ, ਇਹਦੇ ਵਿੱਚ ਇਕੱਲੇ ਇੱਕ ਧਿਰ ਨਹੀਂ ਹੈਗੀ। ਅੱਜ ਦੀ ਅੰਤਰਿਕ ਕਮੇਟੀ ਦੇ ਵਿੱਚ ਤਿੰਨ ਸਾਡੇ ਜਿਹੜੇ ਮੈਂਬਰ ਆ ਉਹ ਇਸ ਪੱਖ ਦੇ ਨਹੀਂ ਸੀਗੇ, ਮੈਂ ਵਿਰੋਧੀ ਨਹੀਂ ਕਹੂੰਗਾ, ਪੱਖ ਦੇ ਨਹੀਂ ਸੀਗੇ, ਪਰ ਉੱਥੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੈਂ ਤਾਂ ਗੱਲ ਦੱਸਣੀ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਸਿਰਫ ਇੱਕ ਪੱਖ ਦੀ ਨਹੀਂ ਗੀ, ਸਾਰੇ ਪੱਖਾਂ ਦੇ ਰਲ ਕੇ ਬਣਦੀ ਆ। ਸੋ ਅੱਜ ਜੇ ਸਾਡੇ ਕੋਲੇ ਇੱਕ ਸਾਧਨ ਹੈ ਸਰਬੱਤ ਖਾਲਸੇ ਵਾਲਾ, ਸਮੁੱਚੇ ਸਿੱਖਾਂ ਦੀ ਇੱਕ ਵੱਡੀ ਸ਼ਮੂਲੀਅਤ ਦਾ, ਜੋ ਸ਼੍ਰੋਮਣੀ ਕਮੇਟੀ ਆ। ਸੋ ਇਸ ਕਰਕੇ ਸ਼੍ਰੋਮਣੀ ਕਮੇਟੀ ਕੋਲੇ ਇਹ ਅਧਿਕਾਰ ਲਾ ਲਓ ਜਾਂ ਕੁਝ ਵੀ ਲਾ ਲਓ, ਪਰ ਉਹ ਅਧਿਕਾਰ ਇਸ ਤਰ੍ਹਾਂ ਨਹੀਂ ਹੈਗੇ ਕਿ ਉਹਨਾਂ ਨੂੰ ਆਪਣੇ ਮੁਲਾਜ਼ਮ ਤੌਰ ਤੇ ਦੇਖਣ। ਜਿਹੜੀ ਗੱਲ ਕੀਤੀ ਗਈ ਹੈ ਉਹਨਾਂ ਦੇ ਰੁਜ਼ਗਾਰ ਦਾ, ਉਹਨਾਂ ਦਾ ਜਿਹੜਾ ਰਹਿਣ ਬਹਿਣ ਦਾ, ਸਾਰਾ ਸ਼੍ਰੋਮਣੀ ਕਮੇਟੀ ਉਸ ਨੂੰ ਸਾਰੇ ਨੂੰ ਇੱਕ ਵਧੀਆ ਢੰਗ ਨਾਲ ਕਰਦੀ ਆ। ਉਹਨਾਂ ਦੇ ਜਾਣ ਆਉਣ ਦਾ ਪ੍ਰਬੰਧ ਹੋਰ ਆ, ਰਹਿਣ ਦਾ ਪ੍ਰਬੰਧ, ਸਾਰੇ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਸਿੰਘ ਸਾਹਿਬਾਨ ਨੂੰ ਕੀਤੇ ਜਾਂਦੇ ਆ। ਸੋ ਮੈਂ ਅਖੀਰ ਤੇ ਫਿਰ ਇਹੀ ਗੱਲ ਕਰਦਾ, ਜਿਵੇਂ ਗਿਆਨੀ ਕੇਵਲ ਸਿੰਘ ਜੀ ਆਪ ਇਹ ਜਥੇਦਾਰ ਦੇ ਤੌਰ ਤੇ ਸੇਵਾ ਕੀਤੀ ਇਹਨਾਂ ਨੇ, ਇਹਨਾਂ ਦੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਵਿਚਾਰ ਨੇ ਵੀ ਡਿਕਟੇਟਰ ਨਹੀਂ ਹੋਣਾ ਚਾਹੀਦਾ, ਸੇਵਾਦਾਰ ਹੋਣਾ ਚਾਹੀਦਾ। ਇਹ ਗੱਲ ਠੀਕ ਹੈ ਕਿ ਪੰਥ ਜਿਹੜਾ ਵਾ ਉਹ ਸਰਵੋਤਮ ਹੈ, ਉਹ ਪੰਥ ਜਿਹੜਾ ਵਾ ਨਿਯੁਕਤੀ ਕਰੇਗਾ, ਪਰ ਨਿਯੁਕਤੀ ਕਰਨ ਤੋਂ ਬਾਅਦ ਉਹਨਾਂ ਦੇ ਹੁਕਮ ਦੇ ਪਾਬੰਦ ਹੋਏਗਾ, ਤਾਂ ਹੀ ਜਿਹੜੀ ਹੈ ਵਿਧੀ ਵਿਧਾਨ ਚੱਲੇਗਾ, ਤਾਂ ਹੀ ਜਿਹੜਾ ਹੁਕਮ ਹੈ ਉਹ ਹੁਕਮ ਲਾਗੂ ਹੋਏਗਾ ਨਾ। ਸੋ ਇਹ ਗੱਲ ਬਿਲਕੁਲ ਠੀਕ ਹੈ ਕਿ ਉਹਨਾਂ ਨਾਲ ਉਹਨਾਂ ਦੇ ਰੁਤਬੇ ਦੇ ਮੱਦੇਨਜ਼ਰ, ਉਹਨਾਂ ਦੇ ਸਤਿਕਾਰ ਦੇ ਮੱਦੇਨਜ਼ਰ ਸਾਨੂੰ ਇਹ ਗੱਲਾਂ ਨੂੰ ਛਾਲਣਾ ਨਹੀਂ ਚਾਹੀਦਾ, ਤੇ ਇਸ ਕਰਕੇ ਉਹਨਾਂ ਦਾ ਜਿਹੜਾ ਸਤਿਕਾਰ ਸਾਨੂੰ ਕਰਨਾ ਚਾਹੀਦਾ। ਬਣਾਉਣ ਵੇਲੇ ਸਾਰੇ ਪੱਖ ਵਾਚ ਲੈਣੇ ਚਾਹੀਦੇ ਆ, ਜਦੋਂ ਬਣ ਗਏ ਤੇ ਉਹਨਾਂ ਵੈਸੇ ਮੈਂ ਸਮਝਦਾ ਕਿ ਜਦੋਂ ਤੁਸੀਂ ਬਣਾਉਨੇ ਹੋ ਤੇ ਉਹਨਾਂ ਨੂੰ ਆਪੇ ਹੀ ਇਸ ਗੱਲ ਦਾ ਪਤਾ ਹੋ ਜਾਂਦਾ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਜਿਹੜਾ ਸਿੱਖ ਫਲਸਫਾ ਭਾਵੇਂ ਮੈਂ ਇਹਨੂੰ ਕੋਈ ਜਸਟੀਫਾਈ ਨਹੀਂ ਕਰਦਾ ਕਿ ਜਥੇਦਾਰ ਸਾਹਿਬ ਉੱਥੇ ਗਏ, ਇਹਨੂੰ ਮੈਂ ਇਹਦੇ ਨਾਲ ਨਹੀਂ ਜੋੜਦਾ, ਪਰ ਮੈਂ ਇੱਕ ਵਿਚਾਰ ਦਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ ਦੇ ਅੰਦਰ ਇੱਕ ਭ੍ਰਮਣ ਕੀਤਾ, 4 ਉਦਾਸੀਆਂ ਕੀਤੀਆਂ। ਉਹਨਾਂ ਉਦਾਸੀਆਂ ਦੇ ਵਿੱਚ ਮੈਂ ਸਿੰਘ ਸਾਹਿਬ ਨਾਲ ਨਹੀਂ ਜੋੜ ਰਿਹਾ ਮਤ, ਇਸ ਗੱਲ ਦਾ ਖਿਆਲ ਰੱਖਿਆ, ਫਲਸਫੇ ਦੀ ਗੱਲ ਕਰਦਾ, ਇੱਕ ਲੀਹ ਦੀ ਗੱਲ ਕਰਦਾ, ਇੱਕ ਉਦਾਹਰਣ ਦੀ ਗੱਲ ਕਰਦਾ ਕਿ ਗੁਰੂ ਨਾਨਕ ਸਾਹਿਬ ਕੋਟੋ ਰਾਕਸ ਕੋਲੇ ਵੀ ਗਏ, ਗੁਰੂ ਨਾਨਕ ਸਾਹਿਬ ਸੱਜਣ ਠੱਗ ਕੋਲੇ ਵੀ ਗਏ, ਗੁਰੂ ਨਾਨਕ ਸਾਹਿਬ ਸਿੱਧਾ ਕੋਲੇ ਵੀ ਗਏ ਜਿਹੜੇ ਗੁਮਾਨ ਕਰਕੇ ਬੈਠੇ ਸੀ। ਸੋ ਇਹ ਇੱਕ ਵਾਰਤਾ ਲਾ ਲਓ, ਇੱਕ ਸੰਵਾਦ ਹੈ
ਜਾਂ ਜਾਣਾ ਭਾਵੇਂ ਯਾਨੀ ਕੇਵਲ ਸਿੰਘ ਨੇ ਗੱਲ ਕਹੀ ਆ ਕਿ ਉਹਦਾ ਜਵਾਬ ਸਹੀ ਤਾਂ ਉਹੀ ਦੇ ਸਕਦੇ ਆ। ਠੀਕ ਆ, ਮੈਨੂੰ ਇਹ ਕਈ ਗੱਲਾਂ ਚੰਗੀਆਂ ਨਹੀਂ ਲੱਗੀਆਂ ਹੋਣਗੀਆਂ, ਮੈਂ ਸਿੰਘ ਸਾਹਿਬ ਨੂੰ ਕਹੀਆਂ ਹੋਣਗੀਆਂ, ਪਰ ਇੱਕ ਗੱਲ ਇਹ ਹੈ ਕਿ ਸਿੰਘ ਸਾਹਿਬ ਸਾਡੇ ਲਈ ਸਤਿਕਾਰਯੋਗ ਹੈ। ਸ਼੍ਰੋਮਣੀ ਕਮੇਟੀ ਉਹਨਾਂ ਦੇ ਕਿਸੇ ਵਿਧੀ ਵਿਧਾਨ ਜਾਂ ਮਰਜ਼ਾਦਾ ਨਹੀਂ ਬਣਾਏਗੀ, ਉਸ ਲਈ ਇੱਕ ਸਪੋਰਟਿੰਗ ਕਮੇਟੀ ਬਣਾਏਗੀ, ਉਹਨਾਂ ਨੂੰ ਸਹਿਯੋਗ ਦੇਗੀ ਤਾਂ ਕਿ ਗਾਏ ਬਗਾਏ ਉਹ ਜਿਹੜੀ ਕਮੇਟੀ ਉਹਨਾਂ ਨੂੰ ਮਿਲਦੀ ਰਹੇ ਤੇ ਵਿਚਾਰ ਵਟਾਂਦਰਾ ਕਰਦੀ ਰਹੇ। ਨਹੀਂ, ਕੇਵਲ ਸਿੰਘ ਜੀ ਜਥੇਦਾਰ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਕਿ ਤੁਸੀਂ ਇਹ ਵੱਖਰੀ ਲਾਈਨ ਫੜੀ ਹੋਈ ਹੈ, ਜੋ ਧਾਮੀ ਜੀ ਬੋਲ ਕੇ ਗਏ ਉਹ ਵੱਖਰੀ ਲਾਈਨ ਸੀ। ਮੈਂ ਤੁਹਾਡੇ ਕੋਲ ਆਉਣਾ, ਤੁਸੀਂ ਮੈਂ ਪਹਿਲਾਂ ਕਿਹਾ ਸੀ, ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਆਪਣੇ ਵਿਚਾਰ ਵੀ ਹੋ ਸਕਦੇ ਆ। ਤੋਂ ਮੈਂ ਕਿਉਂਕਿ ਮੇਰੇ ਲਈ ਸਤਿਕਾਰਯੋਗ ਨੇ ਗਿਆਨੀ ਕੇਵਲ ਸਿੰਘ ਜੀ, ਉਹਨਾਂ ਨੂੰ ਇਹ ਗੱਲ ਲੱਗਦੀ ਹੋਏਗੀ, ਪਰ ਜੋ ਕੁਝ ਮੈਨੂੰ ਗੁਰਚਰਨ ਸਿੰਘ ਜੀ ਆਪਣੇ ਨਹੀਂ ਹੈ ਜੀ ਵੀਰ ਜੀ, ਮੇਰੀ ਬੇਨਤੀ ਆਪਣੇ ਨਹੀਂ ਹੈ, ਪ੍ਰਧਾਨ ਜੀ ਦਾ ਬਿਆਨ ਸੁਣ ਲਓ, ਉਸ ਤੋਂ ਬਾਅਦ ਟਿੱਪਣੀ ਕਰੋ। ਸਾਡੀ ਇੰਨੀ ਰਿਕਵੈਸਟ ਹੈ, ਉਹ ਇੱਕ ਕੌਮ ਜਥੇਬੰਦੀ ਦੇ ਮੁਖੀ ਨੇ, ਉਹਨਾਂ ਦੀ ਸਟੇਟਮੈਂਟ ਨੂੰ ਸੁਣੋ ਪਹਿਲਾਂ ਧਿਆਨ ਨਾਲ। ਇਹ ਕੌਮ ਦੀ ਮੰਗ ਹੈ, ਆਪਾਂ ਇਹ ਤੁਸੀਂ ਛੋਟਾ ਨਹੀਂ ਕਰ ਰਹੇ, ਆਪਾਂ ਇਹ ਕੌਮ ਦੀ ਮੰਗ ਹੈ, ਜਾਬਤਾ ਬਣਨਾ ਚਾਹੀਦਾ ਹੈ, ਕੌਮੀ ਪੱਧਰ ਤੇ ਬਣਨਾ ਚਾਹੀਦਾ। ਇਹਦੇ ਵਿੱਚ ਦੋ ਰਾਵਾਂ ਕੋਈ ਨਹੀਂ ਹੈਗੀਆਂ, ਇਹਨੂੰ ਕੋਈ ਮਾੜੀ ਗੱਲ ਨਹੀਂ ਹੈਗੀ। ਕੌਮਾਂ ਬਣਾਉਂਦੀਆਂ ਨੇ, ਆਪਣੇ ਨਿਯਮ ਕਰਦੀਆਂ, ਸਾਡੇ ਕੋਲ ਅਧਿਕਾਰ ਨੇ। ਤੁਸੀਂ ਬੜੇ ਸਤਿਕਾਰਯੋਗ ਹੋ, ਸਾਰੀ ਗੱਲ ਤੁਹਾਡੀ ਸਮਝ ਵਿੱਚ ਵੀ ਆ ਰਹੀ ਹੈ। ਆਪਾਂ ਨੂੰ ਇਹ ਗੱਲ ਨੂੰ ਬੜੇ ਪਹਿਲੀ ਗੱਲ ਇੱਕ ਸਮਝ ਲੈਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦੀ ਤਰੀਕ ਵਿੱਚ ਸਰਬੱਤ ਖਾਲਸਾ ਨਹੀਂ ਹੈ। ਕਿਸੇ ਸਮੇਂ ਨੁਮਾਇੰਦਾ ਜਮਾਤ ਸੀ, ਅੱਜ ਇਹਨੂੰ ਨੁਮਾਇੰਦਾ ਜਮਾਤ ਨਹੀਂ ਕਿਹਾ ਜਾ ਸਕਦਾ। ਖਾਲਸਾ ਪੰਥ 172 ਦੇਸ਼ਾਂ 'ਚ ਵਸ ਰਿਹਾ, ਇਸ ਕਾਰਨ ਕਰਕੇ ਅੱਜ ਸਾਨੂੰ ਪੰਥ ਨੂੰ ਪੰਥ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ, ਉਹਦੇ ਵਾਸਤੇ ਖੁੱਲ੍ਹ ਕੇ ਕੰਮ ਕਰਨਾ ਚਾਹੀਦਾ ਹੈ। ਔਰ ਸ਼੍ਰੋਮਣੀ ਕਮੇਟੀ ਹਿੱਸਾ ਹੈ, ਜ਼ਿੰਮੇਵਾਰ ਸੰਸਥਾ ਹੈ, ਸੈਂਟਰ 'ਚ ਬੈਠੀ ਹੋਈ ਹੈ, ਇਹਨੂੰ ਉਸੇ ਵੱਡੇ ਦਿਲ ਦਰਿਆ ਕਰਕੇ ਕੰਮ ਕਰਨ ਦੀ, ਅੱਗੇ ਕੌਮ ਦੀ ਸੇਵਾ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ। ਠੀਕ ਹੈ ਜੀ। ਦਾਦੂਵਾਲ ਜੀ, ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਆਉਣਾ, ਬਹੁਤ ਦੇਰ ਦੇ ਇੰਤਜ਼ਾਰ ਦਾਦੂਵਾਲ ਜੀ ਕਰ ਰਹੇ ਨੇ। ਦਾਦੂਵਾਲ ਜੀ, ਜੋ ਤੁਸੀਂ ਜ਼ਿਕਰ ਕਰ ਰਹੇ ਸੀ, ਥੋੜਾ ਜਿਹਾ ਜਵਾਬ ਤਾਂ ਮੈਨੂੰ ਲੱਗਦਾ ਕਿ ਕੇਵਲ ਸਿੰਘ ਜੀ ਦੇ ਵੱਲੋਂ ਦੇ ਦਿੱਤਾ ਗਿਆ ਹੈ, ਪਰ ਸਵਾਲ ਤਾਂ ਇਹ ਵੀ ਹੈ ਕਿ ਕੋਈ ਤਾਂ ਡਿਸਾਈਡ ਕਰੇਗਾ ਕਿ ਜੇਕਰ ਸੰਗਤ ਨੇ ਵੋਟ ਪਾਈ ਤੇ ਉਸ ਤੋਂ ਬਾਅਦ ਕਮੇਟੀ ਬਣੀ, ਜਿਹੜੀ ਨੁਮਾਇੰਦੇ ਚੁਣੇ ਗਏ ਨੇ ਐਸਜੀਪੀਸੀ ਦੇ, ਡਿਸਾਈਡ ਤਾਂ ਉਹੀ ਕਰਨਗੇ ਨਾ। ਉਹਨਾਂ ਦੇ ਵੱਲੋਂ ਹੀ ਕੋਈ ਕਮੇਟੀ ਬਣੇਗੀ, ਉਹਨਾਂ ਦੇ ਵੱਲੋਂ ਹੀ ਡਿਸਾਈਡ ਕੀਤਾ ਜਾਏਗਾ ਹਾਂ ਕਿਸ ਕਿਸ ਨੂੰ ਸ਼ਾਮਲ ਕਰਨਾ, ਉਸ ਦੇ ਉੱਤੇ ਵਿਚਾਰਾਂ ਜ਼ਰੂਰ ਹੋ ਸਕਦੀਆਂ ਨੇ। ਦੇਖੋ, ਇੱਕ ਗੱਲ ਜ਼ਰੂਰ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਪੰਜਾਬ ਤੱਕ ਸੀਮਤ ਆ। ਪੰਜਾਬ ਚੋਂ ਮੈਂਬਰ ਪਹਿਲਾਂ ਹਰਿਆਣੇ ਚੋਂ ਸੀ, ਜਦੋਂ ਸਾਂਝਾ ਪੰਜਾਬ ਸੀਗਾ, ਹੁਣ ਹਰਿਆਣਾ ਕਮੇਟੀ ਵੱਖਰੀ ਬਣ ਗਈ, ਤਾਂ ਕੇਵਲ ਪੰਜਾਬ ਦੇ ਵਿੱਚੋਂ ਮੈਂਬਰ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਆਉਂਦੇ ਨੇ, ਉਹਦੀ ਐਗਜ਼ੈਕਟਿਵ ਬਣਦੀ ਆ। ਹੁਣ ਸਿੱਖ ਵਸ ਗਿਆ, ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਫਰਾਂਸ, ਦੁਨੀਆ ਦੇ ਵਿੱਚ ਸਿੱਖ ਵਸਦਾ। ਸਰਬੱਤ ਖਾਲਸਾ ਤਾਂ ਬਣੇਗਾ ਪੂਰੀ ਦੁਨੀਆ ਦੇ ਸਿੱਖਾਂ ਦੀ ਨੁਮਾਇੰਦਗੀ, ਉਹਨਾਂ ਦੀਆਂ ਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਹੁਣ ਗੱਲ ਰੌਲਾ ਇੱਥੇ ਹੀ ਆ ਜਾਂਦਾ, ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਕਿ ਪੰਥ ਪ੍ਰਵਾਨਿਤ ਮਰਿਆਦਾ ਨੂੰ ਮੰਨਣ ਵਾਲਿਆਂ ਦਾ ਇਕੱਠ ਕੀਤਾ ਜਾਵੇ। ਹੁਣ ਮੈਂ ਇੱਕ ਬੇਨਤੀ, ਨਿਆਮੀ ਵਾਲਾ ਸਾਹਿਬ ਨੇ ਕਿਹਾ ਕਿ ਪੰਥ ਪ੍ਰਵਾਨਿਤ ਨਹੀਂ ਹੈ, ਉਹ ਖਰੜਾ ਹੈ। ਹੁਣ ਇਧਰਲੇ ਪਾਸੇ ਜੇ ਚੱਲਾਂਗੇ ਤੇ ਵਿਚਾਰ ਦੂਜੇ ਪਾਸੇ ਚਲੇ ਜਾਊਗੀ ਕਿ ਉਹ ਪੰਥ ਪ੍ਰਵਾਨਿਤ ਮਰਿਆਦਾ ਕਿ ਪੰਥ ਪ੍ਰਚਲਿਤ ਮਰਿਆਦਾ ਹੈ। ਕਿਉਂਕਿ ਸਾਡੇ ਕੌਮ ਦਾ ਦੁਖਾਂਤ ਇਹ ਰਿਹਾ ਕਿ ਹੁਣ ਤੱਕ ਸਾਡੇ ਜਿਨ੍ਹਾਂ ਨੇ ਫੈਸਲੇ ਕਰਨੇ ਸੀ ਉਹਦੇ ਤੇ ਸਿਆਸਤ ਕਾਬਜ ਹੋ ਗਈ, ਸਿਆਸਤ ਤਖਤਾਂ ਤੇ ਕਾਬਜ ਹੋ ਗਈ, ਸਿਆਸਤ ਸੰਸਥਾਵਾਂ ਤੇ ਕਾਬਜ ਹੋ ਗਈ, ਤੇ ਫੈਸਲੇ ਹੋਏ ਨਹੀਂ ਕੌਮ ਦੇ ਵਿੱਚ ਕਿ ਮਰਿਆਦਾ ਜਿਹੜੀ ਹੈ ਉਹ ਪੰਥ ਪ੍ਰਵਾਨਿਤ ਹੈ ਕਿ ਪੰਥ ਪ੍ਰਚਲਿਤ ਹੈ। ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਕਿ ਨਾਨਕ ਹੋਸੀ ਵੀ ਸੱਚ ਤੱਕ ਹੈ, ਰਾਗਮਾਲਾ ਬਾਣੀ ਹੈ ਕਿ ਨਹੀਂ ਹੈ। ਇਹ ਵਿਚਾਰ ਜਿਹੜਾ ਰੌਲਾ ਚੱਲ ਰਿਹਾ, ਵਿਵਾਦ ਚੱਲ ਰਿਹਾ ਪੰਥ ਦੇ ਅੰਦਰ, ਕਦੇ ਉੱਭਰ ਜਾਂਦਾ ਹੈ, ਕਦੇ ਸ਼ਾਂਤ ਹੋ ਜਾਂਦਾ ਹੈ। ਸਾਡੀਆਂ ਮਰਿਆਦਾਵਾਂ ਬਣੀਆਂ ਹੀ ਨਹੀਂ, ਸਾਡੀ ਜਿਹੜੀਆਂ ਪਰੰਪਰਾਵਾਂ ਬਣਨੀਆਂ ਸੀ ਉਹ ਬਣਾਈਆਂ ਹੀ ਨਹੀਂ ਗਈਆਂ ਹੁਣ ਦੇ ਸਮੇਂ ਦੇ ਅੰਦਰ। ਜੇ 1925 ਵਾਲਾ ਐਕਟ ਚੱਕ ਲਓ, 1925 ਦੇ ਐਕਟ ਦੇ ਵਿੱਚ ਜਿਹੜੇ ਜਥੇਦਾਰ ਨੇ ਉਹਨਾਂ ਦੇ ਬਾਬਤ ਕੀ ਉਹ ਜਥੇਦਾਰਾਂ ਦੀਆਂ ਪਦਵੀਆਂ ਹੈ ਜਾਂ ਨਹੀਂ, ਉਹਨਾਂ ਨੂੰ ਕੀ ਨਾਂ ਦਿੱਤਾ ਗਿਆ, ਜਾਂ ਹੁਣ ਜਿਹੜੇ ਹੈਗੇ ਆ ਜਥੇਦਾਰਾਂ ਦੀ ਜਿਹੜੀ ਹੈਗੀ ਆ ਉਹ ਇੱਕ ਪਾਸੇ ਤੇ ਕੌਮ ਦੇ ਸਰਮੌਰ ਨੇ, ਤਖਤਾਂ ਦੇ ਜਥੇਦਾਰ, ਉਹਨਾਂ ਦਾ ਫੈਸਲਾ ਆਖਰੀ ਅਸੀਂ ਕਹਿੰਦੇ, ਇੱਕ ਪਾਸੇ ਉਹਨਾਂ ਦੀ ਇਹ ਹੈਸੀਅਤ ਔਕਾਤ ਇੱਥੋਂ ਤੱਕ ਅਸੀਂ ਬਣਾ ਦਿੱਤੀ ਆ ਕੌਮ ਦੇ ਅੰਦਰ ਕਿ ਘਰੋਂ ਬੈਠਾ ਇੱਕ ਪੰਥ ਦੀਆਂ ਜਿਹੜੀਆਂ ਸੰਸਥਾਵਾਂ ਤੇ ਕਾਬਜ ਆਗੂ ਆ ਉਹ ਉੱਥੋਂ ਹੀ ਇੱਕ ਹੁਕਮ ਲਾਗੂ ਕਰ ਦਿੰਦਾ, ਤੇ ਜਥੇਦਾਰ ਸਾਹਿਬ ਨੂੰ ਰਾਤ ਨੂੰ ਉਹ ਜਥੇਦਾਰ ਸੌਂਦੇ, ਸਵੇਰ ਨੂੰ ਸਾਬਕਾ ਹੋ ਜਾਂਦੇ, ਉਹਨਾਂ ਨੂੰ ਘਰ ਨੂੰ ਤੋਰ ਦਿੱਤਾ ਜਾਂਦਾ ਵੀ ਆਹ ਜਥੇਦਾਰ ਲਾ ਦਿਓ ਤੇ ਆਹ ਬਣਾ ਦਿਓ। ਉਹ ਦੂਸਰੀ ਗੱਲ ਤੁਸੀਂ ਇੱਕ ਦੇਖੋ, ਸਾਡੀ ਕੌਮ ਦਾ ਸਰਮੌਰ ਆਗੂ ਆ, ਪਿੰਡ ਦੇ ਸਰਪੰਚ ਨੂੰ ਵੀ ਜਦੋਂ ਉਤਾਰਿਆ ਜਾਵੇ ਤਾਂ ਉਹ ਵੀ ਕਿਤੇ ਅਪੀਲ ਦਲੀਲ ਕਰ ਸਕਦਾ, ਉਹ ਚੈਲੰਜ ਕਰ ਸਕਦਾ ਕਿ ਮੈਨੂੰ ਗਲਤ ਉਤਾਰਿਆ ਗਿਆ। ਪਰ ਜਿਹੜਾ ਕੌਮ ਦਾ ਜਥੇਦਾਰ ਆ ਉਹਨੂੰ ਜਦੋਂ ਉਤਾਰਿਆ ਜਾਵੇ ਉਹ ਕਿਤੇ ਅਪੀਲ ਹੀ ਨਹੀਂ ਕਰ ਸਕਦਾ।
ਕਿ ਉਹਨੂੰ ਸਹੀ ਉਤਾਰਿਆ ਗਿਆ ਕਿ ਗਲਤ ਉਤਾਰਿਆ ਗਿਆ। ਤਾਂ ਹੀ ਤਾਂ ਕਿਹਾ ਕਿ ਜਿਹੜੇ ਵਿਧੀ ਮੈਂ ਥੋੜਾ ਹੋਰ ਸੌਖਾ ਲੋਕਾਂ ਦੇ ਲਈ, ਸੰਗਤ ਦੇ ਦਰਸ਼ਕਾਂ ਦੇ ਲਈ ਥੋੜਾ ਜਿਹਾ ਹੋਰ ਸੌਖਾ ਕਰ ਸਕਾਂ, ਤੁਹਾਨੂੰ ਲੱਗਦਾ ਕਿ ਮਰਿਆਦਾ ਤਾਂ ਤੈਅ ਹੋਣੀ ਚਾਹੀਦੀ ਹੈ, ਫਿਰ ਮਰਿਆਦਾ ਹਰ ਗੱਲ ਦੀ ਹੋਵੇ, ਮਰਿਆਦਾ ਕਿ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ, ਹਰ ਚੀਜ਼ ਦੀ ਤੈਅ ਹੋਣੀ ਚਾਹੀਦੀ। ਨਹੀਂ ਇਹ ਚੀਜ਼ਾਂ ਇਹ ਨਹੀਂ ਮੈਂ ਕਹਿ ਰਿਹਾ, ਮੈਂ ਇਹ ਗੱਲ ਕਹਿ ਰਿਹਾ ਕਿ ਸਾਡੀਆਂ ਮਰਿਆਦਾਵਾਂ ਬਣੀਆਂ ਹੀ ਨਹੀਂ ਆ, ਜਿਹੜੀਆਂ ਮਰਿਆਦਾਵਾਂ ਬਣਨੀਆਂ ਚਾਹੀਦੀਆਂ। ਅੱਜ ਵੀ ਦੇਖੋ ਧਾਮੀ ਸਾਹਿਬ ਦਾ ਬਿਆਨ ਇਹੀ ਹੈ ਕਿ ਅਸੀਂ ਇੱਕ ਬਣਾਵਾਂਗੇ ਜੀ, ਇੱਕ ਆਪਣਾ ਉਹਨਾਂ ਨੂੰ ਸਪੋਰਟ ਵਿੱਚ ਜਾਂ ਪ੍ਰੋਟੋਕਾਲ ਬਣਾਵਾਂਗੇ। ਜਿਹੜੀ ਗੱਲ ਗਰੇਵਾਲ ਸਾਹਿਬ ਕਹਿ ਰਹੇ ਆ, ਗਰੇਵਾਲ ਸਾਹਿਬ ਕਹਿ ਰਹੇ ਇੱਕ ਸਹਾਇਕ ਬੋਰਡ, ਇੱਕ ਸਲਾਹਕਾਰ ਬੋਰਡ, ਉਹ ਪਹਿਲਾਂ ਵੀ ਜਥੇਦਾਰਾਂ ਦੇ ਬਣੇ ਸੀਗੇ। ਮੈਨੂੰ ਯਾਦ ਹੈ ਕਿ ਕਈ ਜਿਸ ਤਰ੍ਹਾਂ ਆਪਣਾ ਡਾਕਟਰ ਉਦੋਕੇ ਆ, ਉਹ ਵੀ ਸਲਾਹਕਾਰ ਬੋਰਡ ਵਿੱਚ ਸੀ, ਹੋਰ ਵੀ ਬਹੁਤ ਸਾਰੇ ਜਿਹੜੇ ਵੀਰ ਸੀ ਉਹ ਜਥੇਦਾਰ ਸਾਹਿਬ ਦੇ ਸਲਾਹਕਾਰ ਬੋਰਡ ਵਿੱਚ ਸੀ। ਸਲਾਹਕਾਰ ਬੋਰਡ ਤਾਂ ਪਹਿਲਾਂ ਵੀ ਸੀ, ਸਮੇਂ ਦੇ ਨਾਲ ਉਹ ਫਿਨਿਸ਼ ਆਪਣਾ ਜਿਹੜੇ ਆ ਉਹ ਹਟਾ ਵੀ ਦਿੱਤੇ ਜਾਂਦੇ, ਸਮੇਂ ਨਾਲ ਲਾ ਵੀ ਦਿੱਤੇ ਜਾਂਦੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕੌਮ ਇਕਜੁੱਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾਂ ਸਰਬਸੰਮਤੀ ਦੇ ਨਾਲ ਸਾਰੀਆਂ ਮਰਿਆਦਾਵਾਂ ਤੈਅ ਹੋ ਜਾਣ। ਮਰਿਆਦਾ ਬਾਰੇ ਵੀ ਜਿਹੜਾ ਪੰਥ ਪ੍ਰਚਲਿਤ ਹੈ ਕਿ ਪੰਥ ਪ੍ਰਵਾਨਿਤ ਹੈ, ਫਿਰ ਜਥੇਦਾਰਾਂ ਬਾਰੇ ਵੀ ਹੋ ਜਾਵੇ, ਉਹਦੇ ਚ ਸਮੂਲੀਅਤ ਸਾਰੇ ਪੰਥ ਦੀ ਹੋਵੇ, ਕੌਮ ਦੀ ਹੋਵੇ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇੱਕ ਸੀਮਤ ਸਮਾਵਾਂ ਤੱਕ ਰਹਿ ਗਈ ਆ, ਉਹ ਪੂਰੇ ਕੌਮ ਨੂੰ ਰੀਪ੍ਰੈਜ਼ੈਂਟ ਪੂਰੀ ਕੌਮ ਨੂੰ ਕਰਨਾ ਹੈ। ਜਥੇਦਾਰਾਂ ਨੇ ਪੂਰੀ ਕੌਮ ਨੂੰ ਰੀਪ੍ਰੈਜ਼ੈਂਟ ਕਰਨਾ ਤੇ ਉਹਨਾਂ ਨੂੰ ਲਾਉਣ ਵੇਲੇ ਹਟਾਉਣ ਵੇਲੇ ਪੂਰੀ ਕੌਮ ਦਾ ਯੋਗਦਾਨ ਕਿਉਂ ਨਾ ਹੋਵੇ। ਇਹ ਨਾ ਹੋਵੇ ਕਿ ਕਿਸੇ ਸਿਆਸੀ ਧੜੇ ਜਾਂ ਸਿਆਸੀ ਪਰਿਵਾਰ ਖਰੜਾ ਤਿਆਰ ਕਰਨਾ ਹੋਏਗਾ ਦਾਦੂਵਾਲ ਜੀ, ਕਿ ਕਿਸ ਤਰੀਕੇ ਨਾਲ ਹੋ ਸਕੇ। ਦੇਖੋ, ਜਦੋਂ ਤੁਸੀਂ SGPC HSGNC ਦੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਸੀ ਪਿਛਲੇ ਕੁਝ ਦਿਨ ਪਹਿਲਾਂ, ਤਾਂ ਤੁਸੀਂ SGPC ਨੂੰ ਦੱਸ ਰਹੇ ਸੀ ਕਿ ਸਰਮੌਰ ਹੈ। ਮੈਂ ਇੱਕ ਤਰੀਕੇ ਨਾਲ ਦੇਸ਼ ਦੀ ਗੱਲ ਕਰਾਂ ਤਾਂ ਸੈਂਟਰ ਜੋ ਕਾਨੂੰਨ ਬਣਾਉਂਦਾ ਹੈ ਉਹ ਅੱਗੇ ਜਾ ਕੇ ਵੀ ਇੰਪਲੀਮੈਂਟ ਹੋ ਜਾਂਦਾ ਹੈ। ਤਾਂ ਜੇ ਤੁਸੀਂ SGPC ਨੂੰ ਉਸ ਨਜ਼ਰ ਦੇ ਨਾਲ ਦੇਖ ਰਹੇ ਹੋ ਤਾਂ ਫਿਰ SGPC ਜੋ ਵੀ ਮਰਿਆਦਾ ਜਾਂ ਫਿਰ ਜੋ ਜ਼ਾਬਤਾ ਬਣਾ ਰਿਹਾ ਉਹ ਆਟੋਮੈਟਿਕਲੀ ਬਾਕੀਆਂ ਤੇ ਇੰਪਲੀਮੈਂਟ ਹੋ ਜਾਏਗਾ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਚੀਜ਼ ਨੂੰ ਤੈਅ ਕਰੇ, ਉਹ ਹਰਿਆਣਾ ਕਮੇਟੀ ਦੀ ਵੀ ਸ਼ਮੂਲੀਅਤ ਕਰਾਵੇ, ਉਹ ਦਿੱਲੀ ਕਮੇਟੀ ਦੀ ਵੀ ਸ਼ਮੂਲੀਅਤ ਕਰਾਵੇ, ਉਹ ਵਿਦੇਸ਼ਾਂ ਇੱਕ ਨਵੀਂ ਰੀਤ ਤੁਰਨੀ ਹੋਏਗੀ। ਹੁਣ ਜਿਸ ਤਰ੍ਹਾਂ ਇੱਥੇ ਤੁਹਾਡੀ ਡਿਬੇਟ ਦੇ ਵਿੱਚ ਹੀ ਸਾਡੇ ਆਪਣਾ ਸਤਿਕਾਰਯੋਗ ਗਿਆਨੀ ਕੇਵਲ ਸਿੰਘ ਹੁਣਾਂ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੇ ਮਰਿਆਦਾ ਨੂੰ ਮੰਨਦੇ ਆ, ਜਿਹੜੀ ਅਕਾਲ ਤਖਤ ਸਾਹਿਬ ਤੋਂ, ਉਹਨਾਂ ਨੂੰ ਹੀ ਸ਼ਾਮਲ ਕੀਤਾ ਜਾਵੇ। ਤੇ ਮਤਲਬ ਨਿਹੰਗ ਸਿੰਘ ਜਥੇਬੰਦੀਆਂ ਬਾਹਰ, ਸੰਪਰਦਾਵਾਂ ਬਾਹਰ, ਟਕਸਾਲਾਂ ਬਾਹਰ, ਫਿਰ ਉਹ ਪੰਥ ਨਹੀਂ ਹੈ, ਉਹਨਾਂ ਨੂੰ ਸ਼ਾਮਲ ਹੀ ਕਰਨ ਦੀ ਗੱਲ। ਨਿਆਮੀਆਂ ਜੀ ਕੁਝ ਕਹਿਣਾ ਚਾਹ ਰਹੇ ਨੇ, ਨਿਆਮੀਆਂ ਜੀ ਕੁਝ ਕਹਿਣਾ ਚਾਹ ਰਹੇ। ਹਾਂਜੀ, ਦਾਦੂਵਾਲ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਮੈਂ ਉਹਦੇ ਵਿੱਚ ਸ਼ਾਮਲ ਕਰਨੀ ਚਾਹੁੰਦਾ ਹਾਂ ਕਿ 5 ਤਖਤ ਹੁਣ ਤੱਕ ਮੇਰਾ ਖਿਆਲ ਸਾਰੇ ਸਤਿਕਾਰਯੋਗ ਸੱਜਣ ਸਹਿਮਤ ਹੋਣਗੇ, ਹੁਣ ਤੱਕ 4 ਤਖਤ ਸੀ ਤੇ 5ਵਾਂ ਤਖਤ ਤਲਵੰਡੀ ਸਾਬੋ ਨੂੰ ਜਦੋਂ ਬਣਾਇਆ ਸੀ, ਉਸ ਤੋਂ ਪਹਿਲਾਂ 5ਵਾਂ ਤਖਤ ਨਿਹੰਗ ਸਿੰਘ 96 ਕਰੋੜੀ ਜਥੇਬੰਦੀਆਂ ਨੂੰ ਚੱਲਦਾ ਵਹੀਰ ਕਿਹਾ ਜਾਂਦਾ ਸੀ। 5ਵਾਂ ਤਖਤ ਅਜੇ ਵੀ ਉਹ ਮੰਨਦੇ ਨੇ ਆਪਣੇ ਆਪ ਨੂੰ। ਅਜੇ ਤੱਕ ਪੰਥ ਇਹ ਫੈਸਲਾ ਨਹੀਂ ਕਰ ਸਕਿਆ ਕਿ 5ਵਾਂ ਤਖਤ ਸਾਬੋ ਕੀ ਤਲਵੰਡੀ ਬਠਿੰਡਾ ਹੈ ਕਿ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ, ਕਿਉਂਕਿ ਉਹਨਾਂ ਦਾ ਵੀ ਯੋਗਦਾਨ ਹੈ ਆਪਣੇ ਹੋ ਚੁੱਕਾ ਹੈ, ਮਰਿਆਦਾ ਦੇ ਵਿੱਚ ਫੈਸਲਾ ਹੋ ਚੁੱਕਾ। ਮੇਰੇ ਵੀ ਉਹ ਬਿਆਨ ਕਰੋ ਜੋ ਨਹੀਂ ਗਲਤ ਨਾ ਬੋਲੋ। ਜਥੇਦਾਰ ਜੀ ਹੋ ਚੁੱਕਾ, ਹੁਣ ਮੰਨਦੇ ਨੇ 5ਵਾਂ, ਪਰ ਅਜੇ ਵੀ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਆਪ ਨੂੰ ਚੱਲਦਾ ਵਹੀਰ 5ਵਾਂ ਤਖਤ ਮੰਨਦੀਆਂ ਨੇ। ਤੇ ਕੀ ਅਸੀਂ ਉਹਨਾਂ ਨੂੰ ਮਨਫੀ ਕਰ ਦੇਵਾਂਗੇ ਸਿੱਖ ਪੰਥ ਦੇ ਵਿੱਚੋਂ? ਕਿਉਂਕਿ ਉਹਨਾਂ ਦੀ ਸ਼ਮੂਲੀਅਤ, ਜਿਵੇਂ ਹੁਣ ਸ਼੍ਰੋਮਣੀ ਕਮੇਟੀ, ਮੈਂ ਮੰਨਦਾ ਸ਼੍ਰੋਮਣੀ ਕਮੇਟੀ ਵਾਕਈ ਸਿਰਮੌਰ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ, ਇਹਦੇ ਵਿੱਚ ਪਰ ਇਹ ਇੱਕ ਸੀਮਾ ਲਈ ਚੁਣੀ ਜਾਂਦੀ ਹੈ, 5 ਸਾਲ ਲਈ ਚੁਣੀ ਜਾਂਦੀ ਹੈ। ਹੁਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਮੇਰੇ ਖਿਆਲ 6 ਸਾਲ ਹੋ ਗਏ, ਇਹ ਤਾਂ ਐਕਸਪਾਇਰ ਹੋਈ ਨੂੰ। ਹੁਣ ਇਸ ਨੂੰ ਸਿਰਮੌਰ ਬਣਾਂਗੇ ਕਿ ਜੋ ਜ਼ਿਕਰ ਹੋ ਰਿਹਾ ਕਿ SGPC ਦੇ ਵੋਟਰ ਸੀਮਤ ਨੇ ਪੰਜਾਬ ਤੱਕ, ਤੇ ਅੱਜ ਸਿੱਖ ਕੌਮ ਦੇ ਜਿਹੜੇ ਨੁਮਾਇੰਦੇ ਨੇ ਜਾਂ ਬਾਸ਼ਿੰਦੇ ਨੇ ਉਹ ਵਿਦੇਸ਼ਾਂ ਤੱਕ ਨੇ। ਹਰਿਆਣਾ ਦੇ ਵਿੱਚ ਵੱਖਰੀ ਕਮੇਟੀ, ਦਿੱਲੀ ਦੇ ਵਿੱਚ ਵੱਖਰੀ ਕਮੇਟੀ ਹੈ, ਕਿ ਸਾਰਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਬਿਲਕੁਲ, ਸ਼ਮੂਲੀਅਤ ਤਾਂ ਤਖਤ ਪਟਨਾ ਸਾਹਿਬ ਦੀ ਵੀ ਜ਼ਰੂਰੀ ਹੈ, ਤਖਤ ਸ੍ਰੀ ਹਜੂਰ ਸਾਹਿਬ ਦੀ ਵੀ ਜ਼ਰੂਰੀ ਹੈ। ਤੇ ਇਹਦੇ ਨਾਲ ਜਿਹੜੇ ਜਿਵੇਂ ਸਤਿਕਾਰਯੋਗ ਗਿਆਨੀ ਕੇਵਲ ਸਿੰਘ ਜੀ ਨੇ ਕਿਹਾ ਹੈ ਕਿ 172 ਦੇਸ਼ਾਂ ਦੇ ਵਿੱਚ ਸਿੱਖ ਵਸਦੇ ਨੇ, ਉਹਨਾਂ ਦੀ ਵੀ ਸਾਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਕਿ ਉੱਥੋਂ ਵੀ ਜੋ ਸਿੱਖਾਂ ਦੀ ਆਵਾਜ਼ ਹੈ ਉਹ ਲੈਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਬੰਧ ਚਾਹੁੰਦੇ ਨੇ, ਕੀ ਉਹ ਕਰਨਾ ਚਾਹੁੰਦੇ ਨੇ। ਠੀਕ ਹੈ, ਜੇ ਅਸੀਂ ਜਥੇਦਾਰ ਸਾਹਿਬਾਨ ਨੂੰ ਸਤਿਕਾਰਯੋਗ ਕਹਿੰਦੇ ਆ ਤਾਂ ਸਾਨੂੰ ਉਹ ਸਤਿਕਾਰ ਅਖੀਰ ਤੱਕ ਦੇਣਾ ਚਾਹੀਦਾ। ਜਿਵੇਂ ਮਾਨਯੋਗ ਦਾਦੂਵਾਲ ਸਾਹਿਬ ਨੇ ਕਿਹਾ ਕਿ ਇਹ ਨਾ ਹੋਵੇ ਕਿ ਅੱਜ ਉਹ ਜਥੇਦਾਰ ਨੇ ਤੇ ਕੱਲ ਤੱਕ ਉਹ ਸਾਬਕਾ ਹੋ ਜਾਣ। ਇਹ ਇਸ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਮਾਨਯੋਗ ਜਥੇਦਾਰ ਜੀ ਨੂੰ ਚੱਲਦਾ ਕਰਨਾ, ਇਹ ਵੀ
ਬਹੁਤ ਮੇਰੇ ਕੋਲ ਸਮਾਂ ਬਹੁਤ ਪੂਰਾ ਮੈਂ ਇੱਕ ਛੋਟੀ ਸਟੇਟਮੈਂਟ ਜ਼ਰੂਰ ਲਵਾਂਗਾ। ਗਰੇਵਾਲ ਸਾਹਿਬ ਪਹਿਲਾਂ ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ। ਮੈਂ ਬੇਨਤੀ ਹੀ ਕਰਦਾ ਸੀ ਕਿ ਇੱਥੇ ਵਿਚਾਰ ਹੋਈ ਹੈ ਸਰਬੱਤ ਖਾਲਸਾ ਦੇ ਬਾਰੇ ਜੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਬੱਤ ਖਾਲਸਾ ਦਾ ਨਾਮ ਨਹੀਂ ਦਿੰਦਾ, ਪਰ ਅੱਜ ਦੇ ਸਮੇਂ ਸਾਡੇ ਕੋਲੇ ਬਦਲ ਆ ਜੇ, ਉਹ ਸਿਰਫ ਸ਼੍ਰੋਮਣੀ ਕਮੇਟੀ ਹੈ, ਇੱਕ ਚੁਣੀ ਹੋਈ ਸੰਸਥਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕੋਈ ਵੀ ਜਥੇਦਾਰ ਸਾਹਿਬ ਕੋਈ ਚੁਣੇ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਦੇ ਸਮਰਥਨ ਲਈ, ਉਹਨਾਂ ਦੀ ਸਹਿਯੋਗ ਲਈ ਸਾਰੀਆਂ ਪੰਥਕ ਜਥੇਬੰਦੀਆਂ, ਕੋਈ ਵੀ ਮਿਲਣ ਦਾ ਬਾਹਰ ਨਹੀਂ ਹੁੰਦੀ, ਉਹ ਸਾਰੀਆਂ ਉੱਥੇ ਆਉਂਦੀਆਂ। ਮੈਂ ਇਹ ਗੱਲ ਕਰਦਾ ਕਿ ਸਾਡੇ ਜਿਹੜਾ ਸਫ਼ਰ ਹੈ ਖਾਲਸਾ ਪੰਥ ਦਾ, ਉਹ 350 ਸਾਲ ਪੁਰਾਣਾ ਹੈ, ਤੇ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਗੱਲਾਂ ਸਮੇਂ ਨਾਲ ਆਉਣਗੀਆਂ। ਸਾਨੂੰ ਚੁਣੌਤੀਆਂ ਬਹੁਤ ਵੱਡੀਆਂ ਨੇ, ਸਾਡੇ ਤੇ ਸਿਆਸੀ ਹਮਲੇ ਵੀ ਆ, ਤੇ ਸਾਡੇ ਤੇ ਧਾਰਮਿਕ ਹਮਲੇ ਵੀ ਆ। ਤੋਂ ਇਸ ਕਰਕੇ ਸਮੇਂ ਨਾਲ, ਕਿਉਂਕਿ ਅੱਜ ਸਾਡੇ ਕੋਲ ਜਿਹੜਾ ਕੁਝ ਹੈ, ਹੁਣ ਤੁਸੀਂ ਦੇਖੋ ਕਿ ਸਰਬੱਤ ਖਾਲਸਾ ਦੀ ਗੱਲ ਕਰਦੇ ਆ, ਅਸੀਂ 4 ਪੈਨਲਿਸਟ ਬੈਠੇ ਆ, ਚਾਰੇ ਪੈਨਲਿਸਟ ਹੀ ਅਸੀਂ ਕਿਸੇ ਇੱਕ ਮੁੱਦੇ ਤੇ ਇੱਕ ਨਹੀਂ ਹੈਗੇ। ਸੋ ਇਹ ਬਹੁਤ ਸਾਰੇ ਵਿਵਾਦ ਹੁੰਦੇ ਆ। ਇਹ ਸਮਾਂ ਆਉਣ ਨਾਲ ਹੌਲੀ ਇਹ ਗੱਲ ਠੀਕ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਸਰਮੌਰ ਫੈਸਲਾ ਹੋਵੇ, ਉਹ ਸਮੁੱਚੇ ਪੰਥ ਨਾਲ ਲਿਆ ਜਾਵੇ। ਪਰ ਅੱਜ ਸਾਡੇ ਕੋਲ ਬਦਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ ਆ, ਇਸ ਕਰਕੇ ਅਸੀਂ ਇਸ ਨੂੰ ਵਰਤ ਰਹੇ ਆ। ਔਰ ਸਮਾਂ ਆਉਣ ਤੇ ਸਮੁੱਚੇ ਪੰਥ ਤੋਂ ਇਸ ਗੱਲ ਦੇ ਸਹਿਯੋਗ ਤੇ ਰਾਇ ਲਈ ਜਾਣੀ ਚਾਹੀਦੀ ਆ। ਪਰ ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਕੇਵਲ ਸਿੰਘ ਜੀ, ਮੈਂ ਇੱਕ ਬਹੁਤ ਛੋਟਾ ਜਿਹਾ ਤੁਹਾਡਾ ਕਮੈਂਟ ਜ਼ਰੂਰ ਚਾਹਾਂਗਾ। ਮਰਿਆਦਾ ਕੀ ਤੈਅ ਹੋਣੀ ਚਾਹੀਦੀ ਹੈ, ਨੰਬਰ 1। ਦੂਜੀ ਗੱਲ ਕਿ ਜੇ SGPC ਕੁਝ ਮੈਂਬਰਾਂ ਦੀ ਇੱਕ ਕਮੇਟੀ ਬਣਾ ਕੇ ਮਰਿਆਦਾ ਤੈਅ ਕਰ ਦਿੰਦੀ ਹੈ ਸਿੰਘ ਸਹਿਬਾਨਾਂ ਦੇ ਲਈ, ਕਿ ਉਹ ਸੰਗਤ ਨੂੰ ਪ੍ਰਵਾਨ ਹੋਵੇਗੀ ਜਾਂ ਹੋਣੀ ਚਾਹੀਦੀ ਹੈ? ਪਹਿਲੀ ਗੱਲ ਹੈ ਕਿ ਕੌਮ ਨੂੰ ਜਾਬਤਾ ਬਣਾਉਣਾ ਚਾਹੀਦਾ, ਜਿਹਦਾ ਨਿਯੁਕਤੀ ਦਾ, ਸੇਵਾ ਮੁਕਤੀ ਦਾ, ਅਧਿਕਾਰ ਖੇਤਰ ਦਾ ਬਣਨਾ ਚਾਹੀਦਾ ਜੀ। ਦੂਜੀ ਗੱਲ ਕਿ ਸ਼੍ਰੋਮਣੀ ਕਮੇਟੀ ਅੱਜ ਪੰਥ ਦੀ ਨੁਮਾਇੰਦਾ ਜਮਾਤ ਨਹੀਂ ਹੈ, ਇਹ ਸਾਰੇ ਪੰਥ ਦੀਆਂ ਸੰਸਥਾਵਾਂ ਨੂੰ ਰਲ ਕੇ ਇਹਦੇ ਉੱਤੇ ਬੈਠ ਕੇ ਨਿਰਣਾ ਲੈਣਾ ਚਾਹੀਦਾ ਹੈ। ਔਰ ਦੂਜੀ ਗੱਲ ਜਿਹੜੀ ਗੱਲ ਕਹਿਣੀ ਜੀ, ਸਿੱਖ ਰਹਿਤ ਮਰਜ਼ਾਦਾ ਬਕਾਇਦਾ ਪੰਥ ਪ੍ਰਵਾਨਿਤ ਹੈ ਜੀ, ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ, ਇਸ ਕਰਕੇ ਇਸ ਨੂੰ ਅੱਗੇ ਵਧਣਾ ਚਾਹੀਦਾ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਦੋਂ ਧਾਰਮਿਕ ਮਸਲਾ ਹੋਵੇ ਤਾਂ ਸੰਵੇਦਨਸ਼ੀਲ ਮੁੱਦਾ ਹੁੰਦਾ, ਇਸ ਕਰਕੇ ਬਹੁਤ ਸੋਚ ਸਮਝ ਕੇ ਸ਼ਬਦਾਂ ਦਾ, ਅਲਫਾਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਔਰ ਉਹੀ ਚਰਚਾ ਦੇ ਵਿੱਚ ਨਜ਼ਰ ਵੀ ਆਇਆ। ਹੁਣ ਮਰਿਆਦਾ ਦਾ ਜ਼ਿਕਰ ਹੋ ਰਿਹਾ, ਕਮੇਟੀ ਦੇ ਵੱਲੋਂ ਕੀ ਮਰਿਆਦਾ ਤੈਅ ਕੀਤੀ ਜਾਂਦੀ ਹੈ ਜਾਂ ਕੀ ਸਲਾਹਕਾਰ ਬੋਰਡ ਬਣਾ ਦਿੱਤਾ ਜਾਂਦਾ, ਉਸ ਦੇ ਉੱਤੇ ਨਜ਼ਰ ਰਹੇਗੀ। ਜ਼ਾਬਤਾ ਤਾਂ ਹਰ ਕਿਸੇ ਦੇ ਲਈ ਹੁੰਦਾ ਹੈ, ਜੋ ਸ਼ੁਰੂਆਤ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ, ਔਰ ਕਈ ਜ਼ਾਬਤੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਤੇ ਲਿਖਿਆ ਨਹੀਂ ਜਾਂਦਾ, ਕਿਤੇ ਦੱਸਿਆ ਨਹੀਂ ਜਾਂਦਾ, ਉਹ ਤੁਹਾਡੇ ਜ਼ਿਹਨ ਦੇ ਅੰਦਰ ਆਟੋਮੈਟਿਕਲੀ ਹੁੰਦੇ ਨੇ। ਔਰ ਉਹਨਾਂ ਜ਼ਾਬਤਿਆਂ ਬਾਰੇ ਵੀ ਕਿ ਵਾਕਈ ਹੀ ਕਮੇਟੀ ਦੱਸੇਗੀ ਜਾਂ ਉਸ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ। ਖੈਰ, ਅੱਗੇ ਵੀ ਇਸ ਮੁੱਦੇ ਉੱਤੇ ਉਮੀਦ ਹੈ ਕਿ ਚਰਚਾ ਜਾਰੀ ਰਹੇਗੀ।